ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦ ਚੈਨਲ ਆਫ ਆਪਟੀਮਿਸਟਿਕ ਫੋਰਸ। ਮਾਈ ਨੇਮ ਇਜ਼ ਅਮਨੀਤ ਸਿੰਘ। ਅਗਰ ਤੁਸੀਂ ਇੱਕ ਸਕੂਲ ਸਟੂਡੈਂਟ ਹੈਗੇ ਹੋ, ਕਾਲਜ ਗੋਇੰਗ ਬੈਚਲਰ ਹੈਗੇ ਹੋ, ਯੂਨੀਵਰਸਿਟੀ ਬੈਚਲਰ ਹੈਗੇ ਹੋ, ਇੱਕ ਵਰਕਿੰਗ ਪ੍ਰੋਫੈਸ਼ਨਲ ਹੈਗੇ ਹੋ, ਐਂਡ ਅਗਰ ਤੁਸੀਂ ਸੋਚ ਰਹੇ ਹੋ ਵੀ ਤੁਸੀਂ ਆਇਲਸ ਦੇ ਵਿੱਚ ਵਧੀਆ ਸਕੋਰ ਲੈਣੇ ਨੇ ਜਾਂ ਆਇਲਸ ਕਰਨ ਦੀ ਸੋਚ ਰਹੇ ਹੋ ਜਾਂ ਆਇਲਸ ਵਿੱਚ ਸਟਰਗਲ ਕਰ ਰਹੇ ਹੋ, ਚਾਹੇ ਉਹ ਪੀਟੀ ਦਾ ਐਗਜ਼ਾਮ ਹੈ, ਚਾਹੇ ਸੈਲਫ ਪੇਪ ਦਾ ਐਗਜ਼ਾਮ ਹੈ, ਡਜ਼ਨਟ ਮੈਟਰ ਰਾਈਟ। ਕੋਈ ਵੀ ਇੰਗਲਿਸ਼ ਲੈਵਲ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ, ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਮੇਕ ਸ਼ੋਰ ਵੀ ਤੁਸੀਂ ਨਿਊਜ਼ਪੇਪਰ ਰੀਡਿੰਗ ਜ਼ਰੂਰ ਕਰਿਆ ਕਰੋ। ਇਹ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਇੱਕ ਰਾਜ਼ ਸ਼ੇਅਰ ਕਰ ਰਿਹਾ। ਮੈਂ ਤਕਰੀਬਨ 2011 ਤੋਂ ਨਿਊਜ਼ਪੇਪਰ ਪੜ੍ਹਦਾ ਆ ਰਿਹਾ ਤੇ ਹੁਣ ਤਕਰੀਬਨ ਕਿੰਨੇ 12-13 ਸਾਲ ਹੋ ਗਏ ਹੋਣੇ ਜਿੰਨੇ ਵੀ, ਠੀਕ ਹੈ। ਤਾਂ ਮੈਂ ਤੁਹਾਨੂੰ ਦੱਸ ਸਕਦਾ ਵੀ ਮੈਂ ਨਿਊਜ਼ਪੇਪਰ ਰੀਡਿੰਗ ਪੜ੍ਹ ਕੇ ਹੀ ਕਰਕੇ ਹੀ ਹੈ ਨਾ ਆਪਣੇ ਆਪ ਨੂੰ ਬਹੁਤ ਇੰਪਰੂਵ ਕੀਤਾ ਹੈ। ਹੁਣ ਨਿਊਜ਼ਪੇਪਰ ਜਿਹੜਾ ਪੜ੍ਹਨਾ ਸੀ ਨਾ ਮੇਰੀ ਜ਼ਿੰਦਗੀ ਦੇ ਵਿੱਚ, ਮੇਰੇ ਪ੍ਰੋਗਰੈਸ ਦੇ ਵਿੱਚ, ਮੇਰੇ ਕਰੀਅਰ ਦੇ ਵਿੱਚ ਇੱਕ ਬੜਾ ਵੱਡਾ ਰੋਲ ਅਦਾ ਕਰਦਾ ਹੈ। ਦੇਖੋ, I'll let you know ਵੀ by 12th standard I was a very weak student, a very underperforming student in English language, and you wouldn't even believe that I was only able to score 45% marks in my English language in my plus 2 examinations, and today I'm a 9-band scorer in IELTS, a 9-band scorer in PTE, right? I'm a public speaker. I can talk literally on any of the topics on and on for hours and hours without feeling any sort of hesitation or fear or any sort of disrespect within myself। ਤਾਂ ਤੁਸੀਂ ਗੱਲ ਸਮਝੋ ਮੇਰੇ ਮਨ 'ਚ ਕੋਈ ਸ਼ਰਮ ਨਹੀਂ ਹੈਗੀ। ਤੇ ਮੈਂ ਤੁਹਾਨੂੰ ਇਹ ਦੱਸਦਾ ਵੀ ਇਹਦੇ ਪਿੱਛੇ ਕਾਰਨ ਕੀ। ਸਭ ਤੋਂ ਵੱਡਾ ਜਿਹੜਾ ਪਿਲਰ ਹੈ ਨਾ ਮੈਨੂੰ ਇੰਪਰੂਵਮੈਂਟ, ਮੇਰੇ ਅੰਦਰ ਪ੍ਰੋਗਰੈਸ ਲਿਆਉਣ ਵਾਸਤੇ, ਉਹ ਹੈ ਨਿਊਜ਼ਪੇਪਰ ਰੀਡਿੰਗ ਦਾ। ਤੇ ਤੁਸੀਂ ਸਾਰੇ ਲੋਕ ਜਿਹੜੇ ਸਟਰਗਲ ਕਰ ਰਹੇ ਹੋ ਨਾ ਆਇਲਸ ਦੇ ਵਿੱਚ, BTE ਦੇ ਵਿੱਚ, ਕਿਤੇ ਵੀ ਸਕੋਰ ਲੈਣ ਦੇ ਵਿੱਚ, ਉਹਦਾ ਮੇਨ ਕਾਰਨ ਇਹੀ ਹੈ ਵੀ ਤੁਸੀਂ ਪੜ੍ਹਦੇ ਨਹੀਂ ਹੋ ਨਿਊਜ਼ਪੇਪਰ ਨੂੰ। ਤੁਸੀਂ ਅਜੇ ਤੱਕ ਨਿਊਜ਼ਪੇਪਰ ਹੱਥ 'ਚ ਚੱਕ ਕੇ ਪੜ੍ਹ ਕੇ ਨਹੀਂ ਦੇਖਿਆ, ਟਾਈਮ ਨਹੀਂ ਲਾਇਆ ਹੋਊਗਾ, ਘੰਟਾ ਨਹੀਂ ਲਾਇਆ ਹੋਊਗਾ ਉਹਦੇ ਉੱਤੇ ਰੋਜ਼ ਦਾ। ਤੁਸੀਂ ਕੀ ਹੈ ਨਾ ਵੀ ਜੇ ਨਹੀਂ ਪੜ੍ਹਦੇ ਤਾਂ ਇਹ ਨਹੀਂ ਹੈ ਵੀ ਤੁਹਾਡਾ ਸਕੋਰ ਨਹੀਂ ਆ ਸਕਦਾ। ਗੱਲ ਨੂੰ ਸਮਝੋ, ਸਕੋਰ ਤੁਹਾਡਾ ਸਾਰਿਆਂ ਦਾ ਆ ਹੀ ਜਾਊਗਾ ਕਿਸੇ ਨਾ ਕਿਸੇ ਤਰੀਕੇ ਨਾਲ, ਪਰ ਕੀ ਹੈ ਨਾ ਵੀ ਸਕੋਰ ਬਹੁਤ ਲੇਟ ਆਊਗਾ, ਛੇਤੀ ਨਹੀਂ ਆ ਰਿਹਾ, ਠੀਕ ਹੈ ਨਾ। ਹੁਣ ਇਹ ਵੀ ਗੱਲ ਹੈ ਵੀ ਤੁਸੀਂ ਬਹੁਤ ਵਧੀਆ ਨਹੀਂ ਸਕੋਰ ਕਰ ਪਾ ਰਹੇ ਹੋ, ਠੀਕ ਹੈ ਨਾ, ਤੁਸੀਂ ਸਟਰਗਲ ਕਰ ਰਹੇ ਹੋ, ਤੁਸੀਂ ਕਿਤੇ ਨਾ ਕਿਤੇ ਲਿਮਿਟਡ ਫੀਲ ਕਰ ਰਹੇ ਹੋ। ਉਹਦਾ ਕਾਰਨ ਹੀ ਇਹ ਹੈ ਵੀ ਤੁਸੀਂ ਨਿਊਜ਼ਪੇਪਰ ਨਹੀਂ ਪੜ੍ਹਦੇ। ਹੁਣ ਮੈਂ ਤੁਹਾਨੂੰ ਸਮਝਾਉਣਾ ਵੀ ਕਿਉਂ ਨਹੀਂ ਪੜ੍ਹਦੇ ਤੇ ਕਿਉਂ ਨਿਊਜ਼ਪੇਪਰ ਨਾ ਪੜ੍ਹਨ ਦੇ ਨਾਲ ਤੁਹਾਨੂੰ ਜਿਹੜਾ ਨੁਕਸਾਨ ਹੋ ਰਿਹਾ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਵੀ ਉਹ ਨੁਕਸਾਨ ਉਸ ਕਰਕੇ ਹੋ ਰਿਹਾ। ਦੇਖੋ, ਨਿਊਜ਼ਪੇਪਰ ਪੜ੍ਹਨ ਦੇ ਨਾਲ ਕੀ ਹੈ, you will be aware about what's happening around you, right? ਤੁਹਾਡੇ ਜਿਹੜੇ ਥਾਟਸ ਨੇ ਨਾ, ਤੁਹਾਡੇ ਆਈਡੀਆਜ਼ ਨੇ, ਤੁਹਾਡੇ ਵਿਚਾਰ ਨੇ, ਉਹ ਕਿੱਦਾਂ ਬਣਨਗੇ ਜਦ ਤੱਕ ਤੁਸੀਂ ਕੋਈ ਚੀਜ਼ ਨੂੰ ਪੜ੍ਹੋਗੇ ਨਹੀਂ। ਪੜ੍ਹਨ ਦੇ ਨਾਲ ਵਿਚਾਰ ਬਣਦੇ ਨੇ, ਆਈਡੀਆਜ਼ ਬਣਦੇ ਨੇ, ਹੈ ਨਾ। ਤੁਸੀਂ ਐਨਾਲਾਈਜ਼ ਕਰਨਾ ਸਿੱਖਦੇ ਹੋ, ਤੁਸੀਂ ਚੀਜ਼ਾਂ ਨੂੰ ਰਿਲੇਟ ਕਰਨਾ ਸਿੱਖਦੇ ਹੋ, ਠੀਕ ਹੈ ਨਾ। ਤਾਂ ਜਦੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਕਰੋਗੇ ਤਾਂ ਹੀ ਤਾਂ ਮਨ 'ਚ ਕੁਝ ਪੈਦਾ ਹੋਊਗਾ। ਹੁਣ ਤੁਸੀਂ ਕੋਈ ਵੀ ਚੀਜ਼ ਲਿਖਣੀ ਹੈ ਜਾਂ ਬੋਲਣੀ ਹੈ, ਉਹਦੇ ਲਈ ਆਈਡੀਆਜ਼ ਹੋਣੇ ਚਾਹੀਦੇ ਨਾ, ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਹੋਣਾ ਚਾਹੀਦਾ ਨਾ। ਉਹ ਵਿਚਾਰ ਕਿੱਦਾਂ ਪੈਦਾ ਹੋਊਗਾ? ਜਦੋਂ ਪੜ੍ਹੋਗੇ ਤੇ ਸੁਣੋਗੇ। ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹ ਪਹਿਲੂ ਆ ਬਹੁਤ ਤਗੜਾ ਕਿਸੇ ਵੀ ਚੀਜ਼ ਦੇ, ਕਿਸੇ ਵੀ ਇਨਸਾਨ ਦੀ ਇੱਕ ਸੋਚ ਪੈਦਾ ਕਰਨ ਲਈ, ਹੈ ਨਾ। ਤਾਂ ਮੇਰੇ ਕੋਲ ਵੀ ਕੋਈ ਆਈਡੀਆਜ਼ ਨਹੀਂ ਸੀ ਹੁੰਦੇ, ਮੇਰੇ ਮੂੰਹ 'ਚੋਂ ਅੰਗਰੇਜ਼ੀ ਛੱਡੋ ਪੰਜਾਬੀ 'ਚ ਕੋਈ ਚੀਜ਼ ਨਹੀਂ ਸੀ ਨਿਕਲਦੀ ਹੁੰਦੀ, ਹੈ ਨਾ। ਬੈਕ ਇਨ 2008 or 9 or 10, right? In those days I was very poor, right? Not only in English language but also in day to day speaking ਮੈਨੂੰ ਆਉਂਦਾ ਹੀ ਨਹੀਂ ਸੀ ਕੁਝ ਬੋਲਣਾ, ਕਿਉਂਕਿ ਮੇਰੇ ਮਨ 'ਚ ਵਿਚਾਰ ਨਹੀਂ ਸੀਗੇ। ਹੁਣ ਤੁਸੀਂ ਕੋਈ ਵੀ ਟੌਪਿਕ ਪੜ੍ਹਦੇ ਹੋ, ਤੁਸੀਂ ਆਇਲਸ ਜੇ ਗੱਲ ਮੰਨ ਲਓ, ਤੁਸੀਂ ਰੀਡਿੰਗ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਆਇਲਸ ਰੀਡਿੰਗ ਦੇ ਵਿੱਚ ਕੀ ਕਰਦੇ ਹੋ? ਬਹੁਤ ਸਟਰਗਲ ਕਰਦੇ ਹੋ, ਸਾਡੇ ਸਕੋਰ ਨਹੀਂ ਆ ਰਹੇ, ਅਸੀਂ ਇੰਪਰੂਵ ਨਹੀਂ ਕਰ ਪਾ ਰਹੇ ਹਾਂ, ਅਸੀਂ ਕਦੀ ਵੀ ਪੂਰਾ ਪੈਸੇਜ ਨੂੰ ਪੜ੍ਹਦੇ ਨਹੀਂ ਹਾਂ। ਕਿਉਂ ਨਹੀਂ ਪੜ੍ਹਦੇ? ਕਿਉਂਕਿ ਅਸੀਂ ਡਰਦੇ ਹਾਂ ਨਾ, ਅਸੀਂ ਕੰਨੀ ਕੱਟਦੇ ਹਾਂ ਨਾ, ਅਸੀਂ ਭੱਜ ਜਾਂਦੇ ਹਾਂ। ਸਾਨੂੰ ਟ੍ਰਿਕਸ ਚਾਹੀਦੇ ਆ, ਹੈ ਨਾ, ਵੀ ਸਾਨੂੰ ਕੋਈ ਟ੍ਰਿਕ ਦੱਸ ਦੇਵੇ ਵੀ ਪਹਿਲੀਆਂ 2 ਲਾਈਨਾਂ ਪੜ੍ਹ ਲਈਏ, ਲਾਸਟਲੀਆਂ 2 ਲਾਈਨਾਂ ਪੜ੍ਹ ਲਈਏ ਪੈਰਾਗ੍ਰਾਫ ਦੀ ਜਾਂ ਪੈਸੇਜ ਦੀ, ਸਾਨੂੰ ਮੋਟਾ ਜਵਾਬ ਮਿਲ ਜੂਗਾ। ਨਹੀਂ, ਇਹ ਕੰਮ ਨਹੀਂ ਕਰੂਗਾ। ਦੇਖੋ, ਇਹ ਜੁਗਾੜ ਹੈ। ਜੁਗਾੜ ਤਾਂ ਸਿਰਫ 10 ਵਿੱਚੋਂ ਨਾ 1-2 ਵਾਰੀ ਹੀ ਚੱਲਦਾ ਹੁੰਦਾ, ਬਾਕੀ ਵਾਰ ਨਹੀਂ ਚੱਲੂਗਾ। ਤੁਸੀਂ ਗੱਲ ਸਮਝੋ, ਨਿਊਜ਼ਪੇਪਰ ਪੜ੍ਹ ਕੇ ਜਦੋਂ ਤੁਸੀਂ ਜਿਗਰਾ ਪੈਦਾ ਕਰ ਲਿਆ ਨਾ ਰੋਜ਼ ਪੜ੍ਹਨ ਦਾ, ਕਿਉਂਕਿ ਇਹ ਬਹੁਤ ਬੋਰਿੰਗ ਹੈ, ਟੂ ਬੀ ਵੈਰੀ ਓਨੈਸਟ। ਮੈਨੂੰ ਪਤਾ ਹੈ ਹੁਣ ਤੱਕ ਜਿੰਨੇ ਵੀ ਬੰਦੇ ਵੀਡੀਓ ਦੇਖ ਰਹੇ ਨੇ, ਹੈ ਨਾ, ਤਾਂ ਮੇਰੇ ਖਿਆਲ ਨਾਲ 90% ਲੋਕੀ ਇਸ ਵੀਡੀਓ ਨੂੰ ਸਕਿਪ ਕਰ ਚੁੱਕੇ ਹੋਣਗੇ ਹੁਣ ਤੱਕ, ਠੀਕ ਹੈ। ਹੁਣ ਜਿਹੜੇ ਤੁਸੀਂ 10% ਬੰਦੇ ਦੇਖ ਰਹੇ ਹੋ ਨਾ, ਤਾਂ ਮੇਕ ਸ਼ੋਰ ਕਿ ਤੁਸੀਂ ਹੁਣ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ ਮੈਂ ਤੁਹਾਨੂੰ ਉਹ ਰਾਜ਼ ਸ਼ੇਅਰ ਕਰ ਰਿਹਾ ਆਪਣੇ ਪਿਛਲੇ 12-13 ਸਾਲ ਦੇ ਐਕਸਪੀਰੀਅੰਸ ਤੋਂ। ਕਿਉਂਕਿ ਮੈਨੂੰ 8 ਸਾਲ ਤਾਂ ਹੋ ਗਏ ਆਇਲਸ ਬਿਜ਼ਨਸ ਰਨ ਕਰਦੇ ਹੋਏ, ਹੈ ਨਾ। ਤਾਂ ਸਾਡੇ ਕੋਲ ਜ਼ਿਆਦਾਤਰ ਵਰਕਿੰਗ ਪ੍ਰੋਫੈਸ਼ਨਲਸ ਹੁੰਦੇ ਨੇ, ਚਾਹੇ ਉਹ ਇੰਜੀਨੀਅਰਸ ਨੇ, ਡਾਕਟਰਸ ਨੇ, ਡਾਈਟੀਸ਼ੀਅਨਸ ਨੇ, ਹੈ ਨਾ, PhD ਹੋਲਡਰਸ ਨੇ, ਚਾਹੇ ਉਹ ਐਜੂਕੇਸ਼ਨਲਿਸਟਸ ਹੈਗੇ ਨੇ, ਚਾਹੇ ਕਿਸੇ ਵੀ ਸੈਕਟਰ 'ਚੋਂ ਬੰਦੇ ਆ ਰਹੇ ਨੇ। ਤੁਸੀਂ ਗੱਲ ਨੂੰ ਸਮਝੋ, ਰੀਡਿੰਗ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਕਿਉਂ ਹੈ? ਕਿਉਂਕਿ ਤੁਸੀਂ ਆਇਲਸ ਰੀਡਿੰਗ ਮੋਡਿਊਲ ਦੇ ਵਿੱਚ ਚੀਜ਼ਾਂ ਨੂੰ ਨਹੀਂ ਪੜ੍ਹਦੇ, ਕਿਉਂਕਿ ਤੁਹਾਡੇ ਮਨ 'ਚ ਡਰ ਹੈ, ਹੈਜ਼ੀਟੇਸ਼ਨ ਹੈ, ਤੁਸੀਂ ਥੱਕ ਜਾਂਦੇ ਹੋ, ਤੁਸੀਂ ਅੱਕ ਰਹੇ ਹੋ, ਤੁਹਾਡੀ ਹੈਬਿਟ ਨਹੀਂ ਹੈਗੀ। ਜਦੋਂ ਤੁਸੀਂ ਰੋਜ਼ ਚੀਜ਼ਾਂ ਨੂੰ ਪੜ੍ਹੋਗੇ ਨਾ ਤਾਂ ਕੀ ਹੋਊਗਾ? ਕੰਫਰਟੇਬਲ ਹੋ ਜਾਓਗੇ। ਰੋਜ਼ ਚੀਜ਼ਾਂ ਨੂੰ ਪੜ੍ਹੋਗੇ ਨਾ ਤਾਂ ਮਨ 'ਚ ਡਰ ਨਹੀਂ ਹੋਊਗਾ, ਜਿਗਰਾ ਹੋਊਗਾ ਵੀ ਯਾਰ ਮੈਂ ਤਾਂ ਪੜ੍ਹ ਹੀ ਲੈਣਾ ਸਾਰਾ ਕੁਝ, ਜਿੰਨਾ ਮਰਜ਼ੀ ਮੈਨੂੰ ਵੱਡਾ ਪੈਸੇਜ ਆ ਜਾਵੇ, ਠੀਕ ਹੈ ਨਾ, ਮੈਂ ਉਹਨੂੰ ਪੜ੍ਹ ਹੀ ਲਵਾਂਗਾ।
ਜਾਂ ਜਦੋਂ ਗੱਲ ਕਰਨੀ ਆ ਆਈਲ ਸਪੀਕਿੰਗ ਦੀ, ਹੈ ਨਾ, ਸਾਨੂੰ ਵੇਰੀਅਸ ਟੌਪਿਕਸ ਉੱਤੇ ਜਦੋਂ ਬੋਲਣਾ ਪੈਂਦਾ ਆ, ਉਹ ਬੋਲਣ ਲੱਗਿਆਂ ਜਿਗਰਾ ਚਾਹੀਦਾ। ਜਿਗਰਾ ਕਿੱਥੋਂ ਆਉਂਦਾ? ਮੋਟੀਵੇਸ਼ਨਲ ਵੀਡੀਓ ਸੁਣ ਕੇ ਨਹੀਂ ਜਿਗਰਾ ਆਉਂਦਾ, ਟੂ ਬੀ ਵੈਰੀ ਓਨੈਸਟ, ਠੀਕ ਹੈ। ਉਹ ਸਿਰਫ ਹਲਕਾ ਜਿਹਾ ਪੰਪ ਦੇਗੀ ਤੁਹਾਨੂੰ। ਜਿਹੜੀ ਰੀਅਲ ਮੋਟੀਵੇਸ਼ਨ ਆ ਉਹ ਆਉਂਦੀ ਜਦੋਂ ਤੁਹਾਡੇ ਅੰਦਰ ਕੁਝ ਹੋਵੇ, ਤੁਸੀਂ ਕੁਝ ਕੀਤਾ ਹੋਵੇ, ਤੁਹਾਨੂੰ ਪਤਾ ਹੁੰਦਾ ਵੀ ਮੈਨੂੰ ਆਉਂਦਾ ਹੈ ਨਾ, ਤਾਂ ਉਹ ਤੁਸੀਂ ਪੜ੍ਹ ਕੇ ਤਾਂ ਸਿੱਖੋਗੇ। ਤੁਹਾਡੇ ਕੋਲ ਕਿੰਨੇ ਸੈਕਸ਼ਨਸ ਨੇ, ਵਰਲਡ ਨਿਊਜ਼ ਹੈ, ਤੁਹਾਡੇ ਕੋਲ ਨੈਸ਼ਨਲ ਨਿਊਜ਼ ਹੈ, ਤੁਹਾਡੇ ਕੋਲ ਕਰੰਟ ਅਫੇਅਰਸ ਆ ਰਿਹਾ ਹੈ, ਤੁਹਾਡੇ ਕੋਲ ਐਡੀਟੋਰੀਅਲ ਸੈਕਸ਼ਨ ਹੈ, ਸਪੋਰਟਸ ਨਿਊਜ਼ ਹੈ, ਬਾਲੀਵੁੱਡ ਦੀ ਮਸਾਲਾ ਖਬਰਾਂ ਹੈਗੀਆਂ ਨੇ, ਤੁਹਾਡੇ ਲੋਕਲ ਡੇ ਟੂ ਡੇ ਸਿਨਾਰੀਓ ਦੇ ਵਿੱਚ ਤੁਹਾਡੇ ਲੋਕਲ ਨਿਊਜ਼ ਕੀ ਹੈਗੀ ਹੈ, MC ਦੀ ਖਬਰਾਂ ਕੀ ਨੇ, ਹੈ ਨਾ, ਤੁਹਾਡੇ ਆਲੇ ਦੁਆਲੇ ਹੋ ਕੀ ਰਿਹਾ ਆ। ਤੁਸੀਂ ਅਗਰ ਗ੍ਰੀਨ ਹਾਊਸ ਇਫੈਕਟ, ਹੈਲਥ, ਫਿਟਨੈਸ, ਫੈਸ਼ਨ, ਸਕੂਲਿੰਗ, ਐਜੂਕੇਸ਼ਨ, ਜੈਂਡਰ ਇਕੁਆਲਿਟੀ, ਇਹ ਸਾਰੀਆਂ ਚੀਜ਼ਾਂ ਉੱਤੇ ਜਦ ਤੱਕ ਪੜ੍ਹਿਆ ਨਹੀਂ ਹੋਊਗਾ, ਤੁਹਾਡੇ ਮਨ 'ਚ ਆਈਡੀਆ ਨਹੀਂ ਪੈਦਾ ਹੋਊਗਾ, ਤੁਸੀਂ ਬੋਲ ਕਿੱਦਾਂ ਲਾਓਗੇ? ਉਹ ਜਿਗਰਾ ਕਿੱਦਾਂ ਆਊਗਾ, ਹੈ ਨਾ। ਇੱਕ ਆਨਸਰ ਨੂੰ ਤੁਸੀਂ ਥੋੜ੍ਹਾ ਜਿਹਾ ਬੋਲ ਕੇ ਛੱਡ ਦਿੰਦੇ ਹੋ, ਕਿਉਂ? ਕਿਉਂਕਿ ਤੁਹਾਨੂੰ ਆਈਡੀਆਜ਼ ਨਹੀਂ ਆ ਰਹੇ, ਯੂ ਗੋ ਬਲੈਂਕ। ਤੁਸੀਂ ਉਹਨੂੰ ਲੰਬਾ ਕਿੱਦਾਂ ਖਿੱਚੋਗੇ? ਹਾਊ ਵੁਡ ਯੂ ਬਿਲਡ ਅ ਕਿਊ ਕਾਰਡ ਰਾਈਟ ਅਵੇ? ਉਹ 1 ਮਿੰਟ ਤੁਹਾਨੂੰ ਕਿਉਂ ਛੋਟਾ ਲੱਗਦਾ? ਕਿਉਂਕਿ ਤੁਹਾਡੇ ਕੋਲ ਆਈਡੀਆਜ਼ ਹੀ ਨਹੀਂ ਹੈਗੇ। ਤੁਹਾਨੂੰ ਜਿੰਨਾ ਮਰਜ਼ੀ ਟਾਈਮ ਦੇ ਦਿਓ, ਤੁਹਾਨੂੰ ਛੋਟਾ ਹੀ ਲੱਗੂਗਾ ਨਾ। ਅਗਰ ਤੁਹਾਡੇ ਕੋਲ ਆਈਡੀਆਜ਼ ਹੋਣਗੇ, ਤੁਸੀਂ ਆਲਰੇਡੀ ਪਹਿਲਾਂ ਪੜ੍ਹਿਆ ਬਹੁਤ ਕੁਝ ਹੋਊਗਾ, ਬੋਲਿਆ ਬਹੁਤ ਕੁਝ ਹੋਊਗਾ, ਤਾਂ ਉਸ ਦਿਨ ਟੈਸਟ ਡੇਟ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਚੀਜ਼ਾਂ ਉੱਤੇ ਬੋਲ ਲਓਗੇ। 2 ਮਿੰਟ ਛੱਡੋ, 4 ਮਿੰਟ ਬੋਲ ਲਓਗੇ। ਸਾਨੂੰ ਐਗਜ਼ਾਮੀਨਰ ਚੁੱਪ ਕਰਾਊਗਾ ਵੀ ਬਸ ਹੋ ਗਿਆ ਟਾਈਮ ਤੇਰਾ, ਆਪਾਂ ਹੁਣ ਨੈਕਸਟ ਸੈਕਸ਼ਨ ਜਿਹੜਾ ਫੋਲੋਅਪ ਸੈਕਸ਼ਨ ਆ ਉਹਦੇ ਵੱਲ ਮੂਵ ਕਰੀਏ। ਇੱਦਾਂ ਹੀ ਆਇਲਸ ਰਾਈਟਿੰਗ ਦੀ ਗੱਲ, ਅਗਰ ਤੁਸੀਂ ਚੀਜ਼ਾਂ ਉੱਤੇ ਪੜ੍ਹਿਆ ਹੋਊਗਾ, ਤੁਹਾਡੀ ਕਮਾਂਡ ਹੋਊਗੀ, ਤੁਹਾਨੂੰ ਸੈਂਟੈਂਸ ਫਾਰਮੇਸ਼ਨ ਸਿੱਖਣ ਨੂੰ ਮਿਲਦੀ ਜਦੋਂ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ, ਤੁਹਾਨੂੰ ਕੰਟੈਂਟ ਮਿਲਦਾ ਆ, ਤੁਹਾਨੂੰ ਜਿਹੜੀ ਵੇਰੀਏਬਲ ਵੋਕੈਬੂਲਰੀ ਹੈਗੀ ਨਾ, ਡਾਇਵਰਸ ਵੋਕੈਬੂਲਰੀ ਰਿਲੇਟਿੰਗ ਟੂ ਡਿਫਰੈਂਟ ਟੌਪਿਕਸ, ਉਹ ਸਿੱਖਣ ਨੂੰ ਮਿਲਦੀ ਹੈ। ਸੈਂਟੈਂਸ ਫਾਰਮੇਸ਼ਨ ਸਿੱਖਣ ਨੂੰ ਮਿਲਦੀ ਹੈ। ਇੱਕ ਜਿਹੜਾ ਐਡੀਟਰ ਹੈਗਾ, ਕੋਈ ਵੀ ਚੀਜ਼ ਲਿਖ ਰਿਹਾ ਆ, ਰਾਈਟਰ, ਠੀਕ ਹੈ, ਉਹਨੇ ਕਿਵੇਂ ਵੱਖਰੇ ਸਿਨੋਨਿਮਸ ਯੂਜ਼ ਕੀਤੇ ਨੇ ਇੱਕੋ ਹੀ ਚੀਜ਼ ਨੂੰ, ਇੱਕੋ ਹੀ ਵਰਡ ਨੂੰ ਪ੍ਰੈਜ਼ੈਂਟ ਕਰਨ ਲਈ, ਹੈ ਨਾ। ਸਿਨੋਨਿਮਸ ਹੁੰਦਾ ਮਾਰਕ ਯੂ ਪ੍ਰੋਨਾਂਸੀਏਸ਼ਨ, ਸਿਨੋਨੀਅਮ ਨਹੀਂ ਹੁੰਦਾ, ਸਿਨੋਨਿਮ ਹੁੰਦਾ ਆ, ਠੀਕ ਹੈ। ਸੋ ਮੇਕ ਸ਼ੋਰ ਯੂ ਲਰਨ ਦ ਰਾਈਟ ਥਿੰਗ। ਤਾਂ ਸਿਨੋਨਿਮ ਸਿੱਖਣ ਨੂੰ ਮਿਲਦੇ ਨੇ। ਇੱਕੋ ਹੀ ਚੀਜ਼ ਨੂੰ ਵੱਖਰੇ ਸ਼ਬਦਾਂ 'ਚ ਕਿਵੇਂ ਲਿਖਣਾ, ਇਹਨੂੰ ਕਹਿੰਦੇ ਪੈਰਾਫਰੇਜ਼ਿੰਗ। ਅਗਰ ਤੁਸੀਂ ਪੈਰਾਫਰੇਜ਼ਿੰਗ ਨਹੀਂ ਸਿੱਖੀ ਤਾਂ ਤੁਸੀਂ ਆਇਲਸ ਰਾਈਟਿੰਗ ਦੇ ਵਿੱਚ ਪੈਰਾਫਰੇਜ਼ ਨਹੀਂ ਕਰ ਪਾਓਗੇ। ਕਿਵੇਂ ਲਿਖੋਗੇ ਐਸੇਜ਼ ਦੇ ਵਿੱਚ, ਲੈਟਰਸ ਦੇ ਵਿੱਚ? ਅਗਰ ਤੁਸੀਂ ਸਪੀਕਿੰਗ ਦੇ ਵਿੱਚ ਆਪਣੇ ਚੀਜ਼ਾਂ ਨੂੰ, ਕੁਐਸਚਨਸ ਨੂੰ ਪੈਰਾਫਰੇਜ਼ ਨਹੀਂ ਕਰ ਸਕਦੇ, ਅਗਰ ਤੁਹਾਨੂੰ ਐਗਜ਼ਾਮਨਰ ਪੁੱਛ ਰਿਹਾ, ਤਾਂ ਤੁਸੀਂ ਫਸ ਗਏ ਨਾ। ਐਗਜ਼ਾਮਨਰ ਨੂੰ ਨਜ਼ਰ ਆ ਰਿਹਾ, ਯੂ ਡੂ ਨਾਟ ਹੈਵ ਦੈਟ ਕਮਾਂਡ, ਯੂ ਡੂ ਨਾਟ ਹੈਵ ਦ ਨੌਲੇਜ ਸੈਟ on to explaining, you know, what to do or when to do or how to speak। ਸਮਝ ਰਹੇ ਹੋ? ਕੁਐਸਚਨ ਨੂੰ ਤੁਹਾਨੂੰ ਸਮਝ ਨਹੀਂ ਆ ਰਿਹਾ, ਤੁਸੀਂ ਸੇਮ ਚੀਜ਼ਾਂ ਹੀ ਰਿਪੀਟ ਕਰ ਰਹੇ ਹੋ। ਅਗਰ ਤੁਹਾਨੂੰ ਪੁੱਛ ਰਿਹਾ ਜੀ ਇਜ਼ ਇਟ ਐਨ ਇੰਟਰਸਟਿੰਗ ਪਲੇਸ ਟੂ ਲਿਵ, ਤਾਂ ਤੁਸੀਂ ਕੁਐਸਚਨ ਨੂੰ ਰਿਪੀਟ ਹੀ ਕਰ ਰਹੇ ਹੋ, ਯੈਸ ਇਟ ਇਜ਼ ਐਨ ਇੰਟਰਸਟਿੰਗ ਪਲੇਸ ਟੂ ਲਿਵ। ਅਰੇ ਰਿਪੀਟ ਕਰਨ ਨਾਲ ਕੁਝ ਨਹੀਂ ਹੋਏਗਾ ਨਾ। ਤੁਹਾਡਾ ਆਈਡੀਆ ਕਿੱਥੇ ਸੀਗਾ? ਤੁਹਾਡੀ ਲੈਂਗੁਏਜ ਕਿੱਥੇ ਸੀਗੀ? ਲੈਂਗੁਏਜ ਕਿੱਦਾਂ ਬਿਲਡ ਕਰੋਗੇ? ਨਿਊਜ਼ਪੇਪਰ ਪੜ੍ਹਨਾ ਇਸ ਕਰਕੇ ਬਹੁਤ ਜ਼ਰੂਰੀ। ਚਾਹੇ ਨਿਊਜ਼ਪੇਪਰ ਰੀਡਿੰਗ ਕਰੋ, ਚਾਹੇ ਤੁਸੀਂ ਕੋਈ ਵੀ ਹੋਰ ਇੰਟਰਨੈਟ ਦਾ, ਅੱਜ ਤਾਂ ਇੰਟਰਨੈਟ ਦਾ ਦੇਖੋ ਦੌਰ ਹੈਗਾ ਆ। ਬੈਕ ਇਨ 2010 ਉਸ ਟਾਈਮ 'ਤੇ ਇੰਨਾ ਇੰਟਰਨੈਟ ਨਹੀਂ ਸੀ ਹੁੰਦਾ, ਤੁਸੀਂ ਅਖਬਾਰ 'ਤੇ ਹੀ ਰਿਲਾਈ ਕਰ ਸਕਦੇ ਸੀ। ਅੱਜ ਦੀ ਡੇਟ 'ਚ ਤਾਂ ਤੁਹਾਡੇ ਕੋਲ ਇੰਟਰਨੈਟ 'ਤੇ ਰਿਸੋਰਸਿਸ ਹੀ ਬੜੀਆਂ ਨੇ, ਪੜ੍ਹੋ ਤਾਂ ਲੈ। ਅਗਰ ਨਿਊਜ਼ਪੇਪਰ ਨਹੀਂ ਲਗਵਾ ਸਕਦੇ ਤਾਂ ਆਨਲਾਈਨ ਨਿਊਜ਼ਪੇਪਰ ਪੜ੍ਹੋ। ਹਿੰਦੁਸਤਾਨ ਟਾਈਮਸ ਨਿਊਜ਼ਪੇਪਰ ਇਜ਼ ਦੀ ਬੈਸਟ ਨਿਊਜ਼ਪੇਪਰ ਟੂ ਰੀਡ ਐਂਡ ਐਕਵਾਇਰ ਨੌਲੇਜ, ਬਿਕਾਜ਼ ਇਟ ਇਜ਼ ਦੀ ਈਜ਼ੀਐਸਟ ਟੂ ਅੰਡਰਸਟੈਂਡ, ਅਤੇ ਬਹੁਤ ਵਧੀਆ ਤਰੀਕੇ ਨਾਲ ਕੈਟੇਗਰਾਈਜ਼ ਕਰਕੇ ਬਣਾਇਆ ਗਿਆ ਹੈਗਾ। ਪੜ੍ਹ ਲਓ, ਕਿਉਂ ਨਹੀਂ ਪੜ੍ਹਦੇ? ਪੜ੍ਹੋਗੇ ਤਾਂ ਜਿਗਰਾ ਪੈਦਾ ਹੋਊਗਾ, ਪੜ੍ਹੋਗੇ ਤਾਂ ਤੁਹਾਡੇ ਕੋਲ ਸੈਂਟੈਂਸ ਫਾਰਮੇਸ਼ਨ ਆਏਗੀ, ਪੜ੍ਹੋਗੇ ਤਾਂ ਆਈਡੀਆਜ਼ ਆਉਣਗੇ, ਸਕਿੱਲ ਸੈਟਸ ਆਉਣਗੇ, ਪੜ੍ਹੋਗੇ ਤਾਂ ਕਰੰਟ ਅਫੇਅਰਸ ਪਤਾ ਚੱਲਣਗੇ ਵੀ ਦੁਨੀਆ 'ਚ ਕੀ ਹੋ ਰਹੇ ਨੇ, ਤਾਂ ਕਿ ਤੁਸੀਂ ਆਪਣੇ ਆਈਡੀਆਜ਼ ਨੂੰ ਰਿਲੇਟ ਕਰਕੇ ਐਗਜ਼ਾਮਪਲਸ ਕੋਟ ਕਰ ਸਕੋ। ਤੁਹਾਨੂੰ ਰਿਸੋਰਸਿਸ, ਰੈਫਰੈਂਸਿਸ ਦੇਣੀਆਂ ਆਉਣਗੀਆਂ। ਹੁਣ ਤੁਸੀਂ ਆਇਲਸ ਰਾਈਟਿੰਗ ਦੇ ਜਦੋਂ ਐਗਜ਼ਾਮਪਲ ਦੇਣਾ ਹੁੰਦਾ, ਤੁਹਾਨੂੰ ਰੈਫਰੈਂਸ ਹੀ ਨਹੀਂ ਦੇਣੀ ਆ ਰਹੀ, ਮਤਲਬ ਐਗਜ਼ਾਮਪਲ ਨਹੀਂ ਦੇਣਾ ਆ ਰਿਹਾ, ਉਹ ਕਿਵੇਂ ਆਊਗਾ? ਜਦੋਂ ਚੀਜ਼ਾਂ ਪੜ੍ਹੀਆਂ ਹੋਣਗੀਆਂ ਆਲਰੇਡੀ, ਹੈ ਨਾ, ਤਾਂ ਤੁਹਾਨੂੰ ਪਤਾ ਚੱਲੇਗਾ ਨਹੀਂ ਇੱਦਾਂ ਲਿਖ ਸਕਦੇ ਹੈਗੇ ਆ, ਤਾਂ ਉਹ ਤੁਹਾਨੂੰ ਅਸਿਸਟ ਕਰੂਗੀ, ਤੁਹਾਨੂੰ ਹੈਲਪ ਆਊਟ ਕਰੂਗੀ, ਤੁਹਾਨੂੰ ਡਰ ਨਹੀਂ ਹੋਊਗਾ, ਤੁਹਾਨੂੰ ਝੱਟ ਚੀਜ਼ਾਂ ਯਾਦ ਆ ਜਾਣਗੀਆਂ, ਮੈਨੂੰ ਇੱਦਾਂ ਲਿਖਣਾ ਚਾਹੀਦਾ ਮੈਨੂੰ। ਤਾਂ ਦੇਖੋ ਰੈਫਰੈਂਸਿਸ ਲਿਖਣੀਆਂ, ਕਿੱਦਾਂ ਚੀਜ਼ਾਂ ਦੀ ਕਨਵਰਸੇਸ਼ਨ ਨੂੰ ਸਟਾਰਟ ਕਰਨਾ, ਹੈ ਨਾ, ਹਾਊ ਟੂ ਬਿਗਿਨ ਯੋਰ ਆਰਗੂਮੈਂਟ, ਹਾਊ ਟੂ ਕਲੋਜ਼ ਯੋਰ ਆਰਗੂਮੈਂਟ, ਹਾਊ ਟੂ ਐਕਸਪਲੇਨ ਡੀਟੇਲਸ, ਰਾਈਟ, ਹਾਊ ਟੂ ਐਕਸਪ੍ਰੈਸ ਯੋਰ ਓਨ ਓਪੀਨੀਅਨ, ਹੈ ਨਾ, ਐਂਡ ਦੈਨ ਪ੍ਰੈਜ਼ੈਂਟ ਵਾਟ ਇਜ਼ ਦੀ ਜਨਰਲ ਓਪੀਨੀਅਨ ਆਫ ਪੀਪਲ ਅਰਾਊਂਡ ਯੂ। ਇਹ ਸਾਰੀਆਂ ਚੀਜ਼ਾਂ ਨਿਊਜ਼ਪੇਪਰ ਰੀਡਿੰਗ ਦੇ ਨਾਲ ਹੈਲਪ ਤੁਹਾਨੂੰ ਕਰਨਗੀਆਂ, ਉਹਦੇ ਨਾਲ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ। ਇਸ ਕਰਕੇ ਨਿਊਜ਼ਪੇਪਰ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਬਹੁਤ ਬੋਰਿੰਗ ਹੈ, 5 ਮਿੰਟ, 10 ਮਿੰਟ, 15 ਮਿੰਟ ਤੋਂ ਸ਼ੁਰੂ ਹੋ ਜਾਓ, ਠੀਕ ਹੈ, ਅੱਧੇ ਘੰਟੇ ਦੀ ਸਿਟਿੰਗ ਦੇ ਲਓ। ਦਿਨ 'ਚ ਨਹੀਂ ਇੱਕਦਮ ਪੜ੍ਹ ਸਕਦੇ, ਬੋਰਿੰਗ ਹੈ, ਅੱਕ ਜਾਂਦੇ ਹੋ, 15 ਮਿੰਟ ਪੜ੍ਹ ਲਓ, ਥੋੜ੍ਹੀ ਦੇਰ ਬਾਅਦ ਫਿਰ 15 ਮਿੰਟ ਪੜ੍ਹ ਲਓ, ਠੀਕ ਹੈ, ਫਿਰ 15 ਮਿੰਟ ਪੜ੍ਹ ਲਓ। ਪਰ ਇਹ ਰੋਜ਼ ਦੀ ਹੈਬਿਟ ਡਿਵੈਲਪ ਕਰਨੀ ਹੈ। ਹੁਣ ਤੁਸੀਂ ਚਾਹੁੰਦੇ ਹੋ ਵੀ ਮੈਂ ਆਇਲਸ ਦੀ ਤਿਆਰੀ ਕਰਾਂ ਤਾਂ ਮੇਰਾ 1 ਮਹੀਨੇ ਦੇ ਵਿੱਚ ਜਾਂ 2 ਮਹੀਨੇ 'ਚ ਸਕੋਰ ਆ ਜਾਵੇ।
ਹੁਣ ਹਰ ਇੱਕ ਇਨਸਾਨ ਚਾਹੁੰਦਾ ਹੈ ਜਲਦੀ ਆ ਜਾਵੇ, ਪਰ ਉਹ ਜਲਦੀ ਕਿਉਂ ਨਹੀਂ ਆਉਂਦਾ? ਕਿਉਂਕਿ ਤੁਹਾਡੇ ਕੋਲ ਨੌਲੇਜ ਸੈੱਟ ਨਹੀਂ ਹੈ, ਉਹ ਸੈੱਟ ਆਫ ਵੋਕੈਬਲਰੀ ਨਹੀਂ ਹੈ, ਤੁਹਾਡੇ ਕੋਲ ਹੈਬਿਟ ਨਹੀਂ ਹੈਗੀ ਚੀਜ਼ਾਂ ਨੂੰ ਪੜ੍ਹਨ ਦੀ, ਤੁਸੀਂ ਕੰਨੀ ਕੱਟਦੇ ਹੈਗੇ ਹੋ, ਤੁਸੀਂ ਇਸ ਕਰਕੇ ਚੀਜ਼ਾਂ ਨੂੰ ਨਹੀਂ ਸਮਝਦੇ ਹੋ, ਤੁਹਾਡੇ ਕੋਲ ਆਈਡੀਆਜ਼ ਨਹੀਂ ਹੈਗੇ, ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਲਿਖ ਨਹੀਂ ਸਕਦੇ, ਤੁਸੀਂ ਆਇਲਸ ਰੀਡਿੰਗ ਨੂੰ ਸਮਝ ਨਹੀਂ ਸਕਦੇ, ਆਇਲਸ ਲਿਸਨਿੰਗ ਦੇ ਵਿੱਚ ਤੁਸੀਂ ਦਿੱਕਤ ਕਰ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਚੱਲਦਾ ਕੀ ਬੋਲ ਰਿਹਾ। ਇਟਸ ਆਲ ਬਿਕਾਜ਼ ਯੂ ਡੂ ਨਾਟ ਰੀਡ ਨਿਊਜ਼ਪੇਪਰਸ ਔਰ ਯੂ ਡੂ ਨਾਟ ਰੀਡ ਐਨੀਥਿੰਗ ਐਟ ਆਲ। ਤਾਂ ਅੱਜ ਤੋਂ ਪੜ੍ਹਨਾ ਸ਼ੁਰੂ ਕਰੋ। ਦੇਖੋ ਮੈਂ ਵੀ ਆਪਣੀ ਜ਼ਿੰਦਗੀ ਨੂੰ ਟਰਾਂਸਫਾਰਮ ਕੀਤਾ ਆ, ਮੈਨੂੰ ਵੀ ਨਹੀਂ ਸੀ ਕੁਝ ਆਉਂਦਾ, ਪਰ ਟਾਈਮ ਲੱਗਿਆ ਆ। ਤਾਂ ਮੈਂ ਤੁਹਾਨੂੰ ਆਪਣੇ ਪੂਰੇ ਪਿਛਲੇ ਨਾ ਕਹਿ ਲਓ 13-14 ਸਾਲਾਂ ਦੇ ਐਕਸਪੀਰੀਅੰਸ ਤੋਂ ਇਹ ਰਾਜ਼ ਦੱਸ ਰਿਹਾ। ਇਹ ਜੋ ਚੀਜ਼ ਮੈਂ ਬੋਲ ਰਿਹਾ ਨਾ, ਦੇਖੋ ਬਹੁਤ ਘੱਟ ਲੋਕੀ ਦੱਸਦੇ ਨੇ ਇਹਦੇ ਬਾਰੇ, ਕਿਉਂਕਿ ਬਹੁਤ ਘੱਟ ਲੋਕੀ ਜਾਣੂ ਨੇ ਇਸ ਚੀਜ਼ ਬਾਰੇ। ਕਿਉਂਕਿ ਮੈਂ ਇਹ ਸਾਰੀ ਚੀਜ਼ਾਂ 'ਚੋਂ ਲੰਘ ਚੁੱਕਾ, ਮੈਂ ਸਮਝਦਾ ਵਾਂ ਵੀ ਇੱਕ ਆਮ ਬੱਚਾ ਜਿਹੜਾ 6 ਬੈਂਡ ਲਈ ਜਾ ਰਿਹਾ ਆ, ਹੈ ਨਾ, ਜਾਂ 7 ਬੈਂਡ ਲਈ ਸਕੋਰ ਕਰਨ ਲਈ ਜਾ ਰਿਹਾ, ਉਹਦੇ ਮਨ 'ਤੇ ਕੀ ਬੀਤ ਰਹੀ ਹੈ। I can very well understand that. That's why I'm giving you this. You got to cultivate this habit. If you're not cultivating this habit, less likely or rarely you will be able to achieve your desired band scores or high band score, because ਕੱਲ੍ਹ ਨੂੰ ਤੁਸੀਂ ਗੋਰੇ ਮੁਲਕ ਜਾ ਰਹੇ ਹੋ, ਗੋਰੇ ਮੁਲਕ ਜਾ ਕੇ ਗੱਲਾਂ ਅੰਗਰੇਜ਼ੀ 'ਚ ਹੀ ਹੋਣੀਆਂ ਨੇ, ਹੈ ਨਾ, ਤਾਂ ਤੁਸੀਂ ਜ਼ਿੰਦਗੀ 'ਚ ਅੱਗੇ ਕਿੱਦਾਂ ਵਧੋਗੇ ਅਗਰ ਤੁਸੀਂ ਚੀਜ਼ਾਂ ਨੂੰ ਬੋਲਣਾ, ਸਮਝਣਾ, ਹੈ ਨਾ, ਪੜ੍ਹਨਾ ਨਹੀਂ ਸਿੱਖੋਗੇ। ਕਿਉਂਕਿ ਪੜ੍ਹੇ ਦੇ ਨਾਲ ਹੀ ਸਭ ਕੁਝ ਪਤਾ ਚੱਲਦਾ ਹੈ। ਤੁਸੀਂ ਪੰਜਾਬੀ ਪੜ੍ਹੀ ਤਾਂ ਪੰਜਾਬੀ ਲਿਖ ਸਕਦੇ ਹਾਂ ਅੱਜ। ਜਿੰਨੀ ਵਧੀਆ ਪੰਜਾਬੀ ਪੜ੍ਹੋਗੇ ਉਨੀ ਵਧੀਆ ਪੰਜਾਬੀ ਲਿਖ ਸਕਦੇ ਹੋ। ਹੁਣ ਕੋਈ ਵੀ ਪੰਜਾਬੀ ਲਿਖਾਰੀ ਹੈ, ਉਹ ਬਿਨਾਂ ਪੰਜਾਬੀ ਪੜ੍ਹੇ ਲਿਖਾਰੀ ਨਹੀਂ ਬਣ ਸਕਦਾ। ਸਮਝ ਰਹੇ ਮੇਰੀ ਗੱਲ? ਬਿਨਾਂ ਪੰਜਾਬੀ ਪੜ੍ਹੇ ਪੰਜਾਬੀ ਦਾ ਬੋਲਣ ਵਾਲਾ ਨਹੀਂ ਬਣ ਸਕਦਾ, ਠੀਕ ਹੈ ਨਾ। ਤਾਂ ਇਸ ਕਰਕੇ ਆਇਲਸ ਨੂੰ ਚਾਹੇ ਕੋਈ ਵੀ ਹੋਰ ਐਗਜ਼ਾਮ ਹੈ, ਉਹਦੇ 'ਤੇ ਨਿਊਜ਼ਪੇਪਰ ਰੀਡਿੰਗ ਦੀ ਮੋਸਟ ਇੰਪੋਰਟੈਂਟ ਸੈਗਮੈਂਟ ਹੈ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਵਾਸਤੇ। ਤਾਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਕਿਤੇ ਨਾ ਕਿਤੇ ਹੈਲਪ ਆਊਟ ਕੀਤੀ ਹੋਏਗੀ। ਅਗਰ ਇਹਨੇ ਹੈਲਪ ਕੀਤੀ ਹੈ ਤਾਂ ਮੇਕ ਸ਼ੋਰ ਯੂ ਲਾਈਕ ਦ ਵੀਡੀਓ, ਪ੍ਰੈਸ ਦ ਬੈਲ ਆਈਕਨ ਫॉर ਰਿਸੀਵਿੰਗ ਨੋਟੀਫਿਕੇਸ਼ਨ ਰਿਗਾਰਡਿੰਗ ਐਨੀ ਅਪਡੇਟਡ ਵੀਡੀਓ ਔਨ ਦ ਚੈਨਲ, ਠੀਕ ਹੈ। ਤੇ ਇਹਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਤੇ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਕੰਸੀਡਰ ਸਬਸਕ੍ਰਾਈਬਿੰਗ ਦ ਚੈਨਲ ਫॉर ਸੱਚ ਵੀਡੀਓਜ਼, ਐਂਡ ਅੰਟਿਲ ਦੈਨ ਸੀ ਯੂ ਇਨ ਦ ਨੈਕਸਟ ਵੀਡੀਓ। ਬਾਏ।